ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਗੁਰੀ ਵਾਲੀਆ ਵਿਗਿਆਨਕ ਕਾਢਾਂ ਤੇ ਖੋਜਾਂ ਦੇ ਗਰੁੱਪ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦਾ ਜਿਹੜਾ ਲਾਈਵ ਆ ਸਾਡਾ ਕੁਛ ਇੱਕ ਛੋਟਾ ਜਿਹਾ ਟੌਪਿਕ ਹੈ ਜਿਹੜਾ ਕੁਆਂਟਮ ਵਿਗਿਆਨ ਦਾ। ਇੱਕ ਦੋ ਜਿਹੜੇ ਛੋਟੇ ਛੋਟੇ ਟੌਪਿਕ ਨੇ ਉਹਨਾਂ ਬਾਰੇ ਗੱਲਾਂ ਕਰਾਂਗੇ। ਪਹਿਲਾਂ ਕੁਛ ਸਾਡੇ ਪੰਜਾਬ ਦਾ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਮਾਹੌਲ ਹੋਇਆ ਸੀ ਗਮਗੀਨ ਜਿਹਾ ਰਿਹਾ ਤੇ ਬੜਾ ਦੁੱਖ ਲੱਗਦਾ ਹੈ ਨਾ। ਤੇ ਸਾਡੇ ਕੁਛ ਇਹੋ ਜਿਹੇ ਜਿਹੜੇ ਕਲਾਕਾਰ ਜਿਹੜੇ ਸਾਡੇ ਤੋਂ ਦੂਰ ਚਲੇ ਜਾਂਦੇ ਨੇ ਤੇ ਮੈਨੂੰ ਬੜਾ ਲਗਾਅ ਸੀਗਾ। ਤੇ ਆਪਣੇ ਗਰੁੱਪ ਦੇ ਵਿੱਚ ਵੀ ਆਪਾਂ ਇੱਕ ਵਾਰੀ ਵੀਡੀਓ ਸਾਂਝੀ ਕਰੀ ਤੇ ਬੜੇ ਚਾਅ ਨਾਲ ਕਰੀ ਤੇ ਉਹ ਸ਼ੁਰੂਆਤ ਦੇ ਵਿੱਚ ਸਭ ਨੂੰ ਵਧੀਆ ਵੀ ਲੱਗੀ ਸੀ। ਚਲੋ ਕੋਈ ਗੱਲ ਨਹੀਂ, ਜੋ ਹੈ ਸੋ ਹੈ। ਜਿਹੜਾ ਲਾਈਵ ਆ ਉਹਦੇ ਕੁਝ ਅਸੀਂ ਜਿਹੜੀ ਕੁਆਂਟਮ ਦੀ ਬੇਸਿਕ ਗੱਲਾਂ ਕਰਨੀਆਂ ਨੇ ਉਹ ਪਰਮ ਸਰ ਨਾਲ ਕਰਨੀਆਂ ਨੇ। ਤੇ ਸਾਡੇ ਨਾਲ ਪਰਮ ਮੁੰਡੇ ਜੀ ਨੇ। ਮੈਂ ਸਰ ਤੋਂ ਕੁਝ ਸਵਾਲ ਜਵਾਬ ਹੀ ਕਰਨੇ ਨੇ। ਤਾਂ ਜਿਹੜੀ ਆਪਣੀ ਕੋਈ ਵੀ ਤੁਹਾਡੀ ਕੋਈ ਜਿਹਨੂੰ ਕਹਿੰਦੇ ਨੇ ਕੋਈ ਵੀ ਆਪਣੀ ਟਿੱਪਣੀਆਂ ਤੁਸੀਂ ਸਾਂਝੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਆਪਾਂ ਫਿਰ ਉਹਨਾਂ ਬਾਰੇ ਵੀ ਗੱਲਾਂ ਕਰਦੇ ਰਹਾਂਗੇ। ਹਾਂ ਠੀਕ ਹੈ। ਆ ਜਾਓ ਸਰ, ਫਿਰ ਤੁਸੀਂ ਆ ਜਾਓ। ਮੇਰਾ ਬਸ ਮੈਂ ਤਾਂ ਤੁਹਾਡੇ ਨਾਲ ਆ। ਕੁਆਂਟਮ ਜਿਹੜੇ ਕਿ ਮਕੈਨਿਕਸ ਆ ਜਾਂ ਕੁਆਂਟਮ ਫਿਜ਼ਿਕਸ ਆ ਉਹਨਾਂ ਦੇ ਜਿਹੜਾ ਤੁਸੀਂ ਕੋਈ ਬੇਸਿਕ ਕੋਈ ਟੌਪਿਕ ਨੇ ਜਿਹੜੇ ਉਹਨਾਂ ਬਾਰੇ ਗੱਲਾਂ ਕਰਨਾ ਚਾਹੁੰਦੇ ਹੋ ਤੇ ਮੇਰੇ ਕੁਝ ਸਵਾਲ ਵੀ ਨੇ ਉਹ ਮੈਂ ਪੁੱਛਦਾ ਰਹਾਂਗਾ। ਲੋਕਾਂ ਦੇ ਵੀ ਸਵਾਲ ਹੋਣਗੇ, ਕੁਝ ਉਹ ਵੀ ਪੁੱਛਦੇ ਰਹਿਣਗੇ, ਵਿੱਚ ਆਪਾਂ ਤੁਹਾਨੂੰ ਰੋਕ ਵੀ ਲਵਾਂਗੇ ਕਿਤੇ ਜੋ ਵੀ ਗੱਲਬਾਤ ਹੋਈ। ਤੇ ਤੁਸੀਂ ਹਾਂਜੀ ਹਾਂ ਤੁਸੀਂ ਬੈਠ ਕੇ ਗੱਲ ਕਰ ਲਓ। ਆ ਜਾਓ। ਤੁਸੀਂ ਸ਼ੁਰੂਆਤ ਕਰੋ ਫਿਰ। ਕੋਈ ਗੱਲ ਨਹੀਂ, ਤੁਸੀਂ ਪਹਿਲਾਂ ਆਪਣਾ ਸ਼ੁਰੂਆਤ ਕਰੋ ਕੋਈ ਗੱਲ ਨਹੀਂ। ਮੇਰੀ ਆਵਾਜ਼ ਨਹੀਂ ਆਏਗੀ। ਜਦੋਂ ਆਪਾਂ ਸਵਾਲ ਕਰਨਾ ਹੋਇਆ ਤਾਂ ਮਾਈਕ ਤੋਂ ਲੈ ਲਾਂਗੇ, ਠੀਕ ਹੈ ਨਾ। ਕੁਆਂਟਮ ਵਾਸਤਵਿਕਤਾ ਜਾਂ ਜਿਹੜੀ ਕਿਤਾਬ ਆ ਤੁਹਾਡੀ ਉਹ ਕੁਆਂਟਮ ਮਕੈਨਿਕਸ ਜਾਂ ਕੁਆਂਟਮ ਫਿਜ਼ਿਕਸ ਜਾਂ ਉਹ ਪੜ੍ਹਨ ਦੇ ਵਿੱਚ ਸਾਡੇ ਕਿੱਥੇ ਦੀ ਬੇਸਿਕ ਦੀ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਕਿੱਥੇ ਦੇ ਦੀਆਂ। ਮੈਂ ਤਾਂ ਉਹ ਪਹਿਲਾਂ ਉਹ ਤੋਂ ਹੀ ਸ਼ੁਰੂਆਤ ਕਰ ਲੈਂਦੇ ਕਿਤਾਬ ਤੋਂ ਵੀ ਜੇਕਰ ਉਹ ਪੜ੍ਹੀ ਜਾਵੇ ਤਾਂ ਸਾਨੂੰ ਕਿੰਨਾ ਕੁ ਗਿਆਨ ਬੇਸਿਕ ਸ਼ੁਰੂਆਤੀ ਗਿਆਨ ਦੇ ਸਕਦੀ ਹੈ। ਅਸਲ ਵਿੱਚ ਉਹ ਕਿਤਾਬ ਦੇ ਵਿੱਚ ਕੁਆਂਟਮ ਮਕੈਨਿਕਸ ਬਾਰੇ ਬੇਸਿਕ ਜਿਹੜੀ ਨੌਲੇਜ ਹੈ ਉਹ ਉਸ ਤਰ੍ਹਾਂ ਨਾਲ ਨਹੀਂ ਹੈਗੀ ਜਿਸ ਤਰ੍ਹਾਂ ਨਾਲ ਹੋਣੀ ਚਾਹੀਦੀ ਹੈ। ਉਹ ਐਡਵਾਂਸ ਨੌਲੇਜ ਨੂੰ ਵਿਆਖਿਆ ਕਰਦੀ ਹੈ। ਐਡਵਾਂਸ ਨੌਲੇਜ ਦੀ ਉਹ ਜਿਹੜੀ ਬੇਸਿਕ ਨੌਲੇਜ ਹੈ ਕੁਆਂਟਮ ਮਕੈਨਿਕਸ ਦੀ ਹੈ ਤੇ ਉਹ ਦੂਜੀ ਜਿਹੜੀ ਅਗਲੀ ਕਿਤਾਬ ਲਿਖਾਂਗਾ ਉਹਦੇ ਵਿੱਚ ਉਸਦੇ ਬਾਰੇ ਕੁਆਂਟਮ ਮਕੈਨਿਕਸ ਦੇ ਉੱਤੇ ਵੈਸੇ ਮੇਰੇ ਕੋਲ ਆਲਰੇਡੀ ਪਈ ਹੈ ਉਹ ਅਨੁਵਾਦ ਦੇ ਰੂਪ ਦੇ ਵਿੱਚ, ਪਰ ਫਿਰ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖ ਕੇ ਇੱਕ ਛਪਾਇਆ ਜਾਵੇ। ਤੇ ਮੇਰੀ ਕਿਤਾਬ ਦੇ ਵਿੱਚ ਕੁਆਂਟਮ ਫੀਲਡ ਥਿਊਰੀ ਦਾ ਮੈਥ ਹੈ ਬੇਸਿਕ ਵਰਜ਼ਨ ਦਾ ਕੋਈ, ਕਿਉਂਕਿ ਕੁਆਂਟਮ ਫੀਲਡ ਥਿਊਰੀਆਂ ਕਾਫੀ ਜ਼ਿਆਦਾ ਨੇ। 26-27 ਤਾਂ ਮੈਂ ਵਿਕੀਪੀਡੀਆ 'ਤੇ ਦੇਖੀਆਂ ਸੀ ਕਿ ਇੰਨੀ ਉਹਦੇ ਵਿੱਚ ਲਿਖੀਆਂ ਵੀ ਉਹਨਾਂ ਦੇ ਨਾਮ ਨੇ ਅਲੱਗ-ਅਲੱਗ। ਅਤੇ ਉਹਨਾਂ ਦੇ ਬਾਰੇ ਆਪਾਂ ਹੌਲੀ ਹੌਲੀ ਪੜ੍ਹਦੇ ਰਹਾਂਗੇ। ਕੋਈ ਕਾਫੀ ਵੱਡਾ ਵਿਸ਼ਾਲ ਵਿਸ਼ਾ ਹੈ ਉਹ, ਪਰ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਬੇਸਿਕ ਨੌਲੇਜ ਮਿਲ ਜਾਵੇ ਉਸਦੀ। ਉਸਦੀ ਥੋੜ੍ਹੀ ਫਿਲੋਸਫੀ ਜ਼ਿਆਦਾ ਮੇਰੇ ਵਾਲੀ ਬੁੱਕ ਦੇ ਵਿੱਚ, ਅਤੇ ਹੁਣ ਥੋੜ੍ਹੀ ਨੌਲੇਜ ਹੋਰ ਅਪਡੇਟ ਹੋ ਗਈ ਹੈ। ਅਤੇ ਹੁਣ ਮੈਂ ਅੱਜ ਕੱਲ੍ਹ ਵੀਡੀਓਜ਼ 'ਤੇ ਲੱਗਿਆ ਹੋਇਆ ਕਿ ਵੀਡੀਓ ਪਾਏ ਜਾਣ ਕਿ ਉਹ ਲੋਕ ਕਿਤਾਬਾਂ ਘੱਟੇ ਪੜ੍ਹਦੇ ਆ ਅਤੇ ਵੀਡੀਓ ਦੇਖਣੀ ਜ਼ਿਆਦਾ ਪਸੰਦ ਕਰਦੇ ਆ। ਅਤੇ ਤੁਸੀਂ ਮੈਂ ਆਪਣੇ ਸਾਰੇ ਦੋਸਤਾਂ ਨੂੰ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਅਗਰ ਕੋਈ ਸਵਾਲ ਆ ਕੁਆਂਟਮ ਫਿਜ਼ਿਕਸ ਦੇ ਰਿਗਾਰਡਿੰਗ ਪਹਿਲਾਂ ਤੋਂ ਹੀ ਕੋਈ ਸਵਾਲ ਆ ਤਾਂ ਉਹ ਵੀ ਪੁੱਛ ਸਕਦੇ ਆ। ਅਤੇ ਅਗਰ ਵੀਡੀਓ ਦੇ ਚੱਲਦੇ ਕੋਈ ਸਵਾਲ ਆਉਂਦਾ ਹੈਗਾ ਹੈ ਤਾਂ ਉਹ ਵੀ ਸਾਨੂੰ ਪੁੱਛ ਸਕਦੇ ਆ ਅਤੇ ਆਪਾਂ ਜ਼ਰੂਰ ਉਹ ਸਵਾਲ ਕਰਾਂਗੇ, ਠੀਕ ਹੈ ਸਰ। ਅਤੇ ਅੱਜ ਦਾ ਜਿਹੜਾ ਵਿਸ਼ਾ ਹੈ, ਤੁਸੀਂ ਅੱਜ ਦਾ ਵਿਸ਼ਾ ਕਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ ਕੁਆਂਟਮ ਲਈ, ਕੁਆਂਟਮ ਮਕੈਨਿਕਸ ਲਈ? ਓਕੇ ਠੀਕ ਹੈ। ਓਕੇ ਕਿਹੜਾ
ਆਵਾਜ਼ ਨਹੀਂ ਸੁਣਦੀ। ਹਾਂ, ਅੱਜ ਮੈਂ ਹੇਜ਼ਨਬਰਗ ਦੇ ਅਨਸਰਟਨਟੀ ਪ੍ਰਿੰਸੀਪਲ ਦੀ ਥੋੜ੍ਹੀ ਗੱਲ ਕਰਾਂਗਾ। ਹਾਲਾਂਕਿ ਕੁਆਂਟਮ ਮਕੈਨਿਕਸ ਦੇ ਕੋਰਸ ਦੇ ਵਿੱਚ ਆਏਗਾ, ਜਦੋਂ ਅਜੇ ਅੱਗੇ ਪੜ੍ਹਾਂਗੇ ਉਸ ਨੂੰ। ਤਾਂ ਉਸਦੇ ਥੋੜ੍ਹੇ ਮੈਥ ਬਾਰੇ, ਜਿਹੜੀ ਉਸਦੀ ਬੁਨਿਆਦੀ ਬਣਤਰ ਹੈ ਉਹ ਕਿਵੇਂ ਕੀਤੀ ਜਾਂਦੀ, ਉਹਦੇ ਬਾਰੇ ਕੁਆਂਟਮ ਮਕੈਨਿਕਸ ਦੇ ਕੋਰਸ ਦੇ ਵਿੱਚ ਮੈਂ ਪਾ ਵੀ ਚੁੱਕਿਆ, ਲੇਕਿਨ ਅਜੇ ਅੱਗੇ ਉਸਦਾ ਡਿਟੇਲ ਜਿਹੜਾ ਵਿਸਥਾਰ ਹੈ ਹੋਰ ਆਏਗਾ। ਪਰ ਉਸ ਤੋਂ ਪਹਿਲਾਂ ਹੀ ਅਸੀਂ ਥੋੜ੍ਹਾ ਬਹੁਤ ਉਸਦੇ ਬਾਰੇ ਅੱਜ ਗੱਲ ਕਰਦੇ ਹਾਂ। ਬਲੈਕ ਬੋਰਡ ਦੇ ਉੱਤੇ ਗੱਲ ਕਰਦੇ ਹਾਂ। ਪਿੱਛੇ ਸਾਡੇ ਬਲੈਕ ਬੋਰਡ ਹੈ, ਅਤੇ ਮੈਂ ਬਾਲੀਆ ਜੀ ਨੂੰ ਧੰਨਵਾਦ। ਠੀਕ ਹੈ ਸਰ, ਫਿਰ ਤੁਸੀਂ ਇਸ ਦੀ ਸ਼ੁਰੂਆਤ ਕਰੋ। ਜਿਹੜਾ ਹਾਈਜ਼ਨਬਰਗ ਪ੍ਰਿੰਸੀਪਲ ਆ, ਉਹ ਸਾਨੂੰ ਇੱਕ ਅਨਿਸ਼ਚਿਤਤਾ ਦਾ ਸਿਧਾਂਤ ਆ ਜਿਹੜਾ ਉਹ ਦੱਸਦਾ ਹੈ ਕਿ ਕੁਛ ਜਿਹੜੀ ਸਥਿਤੀ ਹੈ, ਹਾਂ, ਕੋਈ ਹੱਥ ਨਾਲ ਫੜ ਕੇ ਲਿਖ ਸਕਦੇ ਹੋ ਤਾਂ ਜ਼ਿਆਦਾ ਚੰਗਾ ਰਹੇਗਾ। ਤੇ ਮੇਰੇ ਕੋਲ ਜਿਹੜਾ ਚੌਕ ਮਾਰਕਰ ਹੈ, ਤੌਰ 'ਤੇ ਲਿਖਿਆ ਜਾਂਦਾ ਇਸ ਨੂੰ ਸਾਈ। ਇਸ ਤਰ੍ਹਾਂ ਦੀ ਵੇਵਸ ਦਾ ਵੇਵਸ ਜਿਹੜੀਆਂ ਨੇ ਉਹ ਇਸ ਤਰ੍ਹਾਂ ਨਾਲ ਦਿਖਾਈਆਂ ਜਾਂਦੀਆਂ ਜਿਵੇਂ, ਲੇਕਿਨ ਇਹ ਅਸਲ ਵਿੱਚ ਨਹੀਂ ਹੁੰਦਾ ਹੈਗਾ ਕਿ ਕੋਈ ਐਸੀ ਚੀਜ਼ ਹੋਵੇ ਜਿਹੜੀ ਅਸੀਂ ਦੇਖ ਸਕੀਏ। ਇੱਕ ਮੈਥਮੈਟੀਕਲ ਡਿਸਟਰੀਬਿਊਸ਼ਨ ਹੈ ਇਹ। ਇੱਕ ਪਾਸੇ ਕੁਆਂਟਮ ਵਰਲਡ ਹੈ, ਜਿਹੜਾ ਤੇ ਇੱਕ ਕਲਾਸੀਕਲ ਕਹਿ ਸਕਦੇ ਹੋ ਇਸ ਨੂੰ ਤੁਸੀਂ। ਇਹ ਸਾਰੇ ਇਹ ਵੇਵ ਫੰਕਸ਼ਨ ਹੁੰਦੇ ਨੇ ਪਾਰਟੀਕਲ। ਸੰਸਾਰ ਹੁੰਦੇ ਨੇ ਆਪਣੇ, ਇੱਕ ਕੁਆਂਟਮ ਸੰਸਾਰ ਤੇ ਇੱਕ ਕਲਾਸੀਕਲ ਸੰਸਾਰ। ਇਹਦੇ ਵਿੱਚ ਵੇਵ ਫੰਕਸ਼ਨ ਹੁੰਦੇ ਨੇ ਹਰੇਕ ਚੀਜ਼ ਦੇ, ਤੇ ਇੱਧਰ ਇਸਦੇ ਜਿਹੜੇ ਸਾਡੇ ਕਣ ਹੁੰਦੇ ਨੇ ਹੋਏ ਵੀ ਹੁੰਦੇ ਇੱਧਰ, ਤੇ ਇਹਨਾਂ ਦੇ ਦਰਮਿਆਨ ਇੱਕ ਬੈਰੀਅਰ ਹੁੰਦਾ, ਇਹ ਮੇਜਰਮੈਂਟ ਦਾ। ਪੈਣਾ ਜਿਹੜਾ ਇਹ ਕੁਆਂਟਮ ਵਰਲਡ ਦੇ ਵੇਵ ਫੰਕਸ਼ਨਾਂ ਨੂੰ ਪਾਰਟੀਕਲ ਦੇ ਵਿੱਚ ਚੇਂਜ ਕਰਦਾ ਜਦੋਂ ਕਿਸੇ ਚੀਜ਼ ਨੂੰ ਅਸੀਂ ਅਬਜ਼ਰਵ ਕਰਦੇ ਹਾਂ। ਜਿਹੜੀਆਂ ਵੇਵਸ ਨੇ ਇਹ ਕੁਆਂਟਮ ਵਰਲਡ ਦੇ ਵਿੱਚ ਰਹਿੰਦੀਆਂ, ਤੇ ਜਿਹੜੇ ਪਾਰਟੀਕਲ ਨੇ ਇਹ ਸਾਡੇ ਕਲਾਸੀਕਲ ਸੰਸਾਰ ਦੇ ਵਿੱਚ ਰਹਿੰਦੇ ਆ, ਤੇ ਇਹ ਕੰਪਲੈਕਸ ਵੈਕਟਰ ਸਪੇਸ ਦੇ ਵਿੱਚ ਹੁੰਦੇ ਆ। ਇਹ ਇਸ ਤਰ੍ਹਾਂ ਦੀ ਸਪੇਸ ਹੁੰਦੀ ਹੈ, ਅਵਸਥਾਵਾਂ ਦੀ ਸਪੇਸ ਹੈ ਜਿਹੜੀ ਕੁਆਂਟਮ ਸਟੇਟਸ ਹੈ, ਤੇ ਇਸ ਦੇ ਵਿੱਚ ਤਰੰਗਾਂ ਆਉਂਦੀਆਂ ਤੇ ਇਸ ਦੇ ਵਿੱਚ ਸਾਡੇ ਪਾਰਟੀਕਲ ਹੁੰਦੇ ਨੇ। ਕੁਛ ਇਸ ਤਰ੍ਹਾਂ ਨਾਲ ਇਹ ਡਿਵੀਜ਼ਨ ਹੈ। ਜਿਹੜਾ ਬੈਰੀਅਰ ਹੈ ਇਹ ਅਬਜ਼ਰਵੇਸ਼ਨ, ਜਦੋਂ ਅਸੀਂ ਲੈਂਦੇ ਹਾਂ ਕਿਸੇ ਚੀਜ਼ ਦੀ ਅਬਜ਼ਰਵੇਸ਼ਨ, ਮਤਲਬ ਹੈ ਟੁੱਟ ਜਾਣਾ,
ਤੇ ਪਾਰਟੀਕਲ ਬਣ ਜਾਂਦਾ ਹੈ। ਇਸ ਤਰ੍ਹਾਂ ਨਾਲ ਇਹ ਜਿਹੜੀ ਫਿਜ਼ਿਕਸ ਦੀ ਸਟੱਡੀ ਹੈ ਇਹ ਵੇਵ ਫੰਕਸ਼ਨਾਂ ਦੀ ਸਟੱਡੀ ਹੈ। ਜੇ ਅਸੀਂ ਗੱਲ ਕਰਨੀ ਹੈ ਹੇਜ਼ਨਬਰਗ ਦੇ ਅਨਸਰਟਨਟੀ ਪ੍ਰਿੰਸੀਪਲ ਬਾਰੇ ਕਿ ਉਹ ਇਸ ਦੇ ਵਿੱਚ ਕੀ ਦਰਅਸਲ ਉਸਦਾ ਜਿਹੜਾ ਮੀਨਿੰਗ ਹੈ ਉਹ ਕੀ ਹੈ, ਉਸਦਾ ਮੈਥ ਆਪਾਂ ਨੇ ਕਈ ਵਾਰ ਪੜ੍ਹਿਆ ਹੈ ਜਾਂ ਜੋ ਵੀ ਉਸਦਾ ਫਾਰਮੂਲਾ ਹੈ ਕਿ ਉਹ ਅਨਸਰਟਨਟੀ ਇਨ ਪੋਜੀਸ਼ਨ ਐਂਡ ਅਨਸਰਟਨਟੀ ਇਨ ਮੋਮੈਂਟਮ ਹੈ ਜਿਹੜੀ ਉਹ ਹਾਫ ਪਲੈਂਕ ਕਾਂਸਟੈਂਟ ਵਾਲਾ ਜਿਹੜਾ ਫਾਰਮੂਲਾ ਉਸ ਤਰ੍ਹਾਂ ਨਾਲ ਹੁੰਦੀ ਆ ਉਹ, ਜਾਂ ਉਸ ਤੋਂ ਵੱਧ ਹੁੰਦੀ ਹੈ, ਉਸ ਤੋਂ ਘੱਟ ਨਹੀਂ ਹੋ ਸਕਦੀ, ਉਸਦੇ ਬਰਾਬਰ ਹੁੰਦੀ ਹੈ, ਇਸ ਤਰ੍ਹਾਂ ਕੁਛ ਹੈ। ਤਾਂ ਅੱਜ ਆਪਾਂ ਨੇ ਉਸਦੀ ਸਿਰਫ ਵਿਆਖਿਆ ਕਰਨੀ ਹੈ, ਮੈਥਮੈਟਿਕਸ ਨਹੀਂ ਪੜ੍ਹਨਾ। ਮੈਥਮੈਟਿਕਸ ਆਪਣੇ ਕੋਰਸ ਦੇ ਵਿੱਚ ਆ ਹੀ ਜਾਣਾ ਇੱਕ ਦਿਨ। ਤਾਂ ਇਸ ਨੂੰ ਵਾਲੀਆ ਜੀ ਮੈਂ ਮਾਈਕ ਦੇਣਾ ਇਹਨੇ। ਠੀਕ ਹੈ ਜੀ, ਠੀਕ ਹੈ। ਤੇ ਸਾਡੇ ਕੋਲ ਤੁਸੀਂ ਦੋ ਸੰਸਾਰਾਂ ਦੀ ਗੱਲ ਕੀਤੀ ਹੈ। ਇੱਕ ਸੰਸਾਰ ਜਿਹੜਾ ਕਿ ਕੁਆਂਟਮ ਸੰਸਾਰ ਆ, ਤੇ ਦੂਸਰਾ ਸੰਸਾਰ ਜਿਹੜਾ ਸਾਡਾ ਭੌਤਿਕ ਸੰਸਾਰ ਆ, ਫਿਜ਼ੀਕਲ ਸੰਸਾਰ ਆ, ਕਲਾਸੀਕਲ ਸਿਸਟਮ ਆ ਜਿਹਦੇ ਵਿੱਚ ਸਾਰਾ। ਤੇ ਵੇਵ ਫੰਕਸ਼ਨਸ ਜਿੱਥੇ ਅਸੀਂ ਇੱਕ ਗਣਿਤ ਬਣਾਇਆ ਸਾਇੰਟਿਸਟਾਂ ਨੇ ਵੀ ਉਸ ਨੂੰ ਸਮਝਣ ਲਈ, ਉਸ ਗਣਿਤ ਦਾ ਨਾਮ ਵੇਵ ਫੰਕਸ਼ਨ ਆ ਜਾਂ ਵੇਵ ਉਸ ਮੈਜ਼ਰਮੈਂਟ ਆ ਜਿਹੜੀ ਉਹਦੀ ਉਸ ਤਰੀਕੇ ਨਾਲ ਕੀਤੀ ਜਾਂਦੀ ਹੈ। ਤੇ ਕਲਾਸੀਕਲ ਸੰਸਾਰ ਦੀ ਜਿਹੜੀ ਆ ਉਹ ਭੌਤਿਕ ਤਰੀਕੇ ਨਾਲ ਜਿਹੜੀ ਹੁੰਦੀ ਹੈ ਉਹਦੀ ਮੈਜ਼ਰਮੈਂਟ ਹੁੰਦੀ ਆ ਤੇ ਉਹਨੂੰ ਉਵੇਂ ਉਸ ਤਰੀਕੇ ਨਾਲ ਸਮਝਿਆ ਜਾਂਦਾ। ਹਾਂ, ਇਹ ਹੈ ਕਿ ਜੋ ਚੀਜ਼ਾਂ ਇੱਧਰਲੇ ਪਾਸੇ ਸੰਸਾਰ ਦੇ ਵਿੱਚ ਹੋ ਰਹੀਆਂ ਨੇ ਉਹ ਸਾਰੀਆਂ ਗਣਿਤਕ ਨੇ, ਉਹ ਸਾਰੇ ਗਣਿਤਕ ਪਦਾਰਥ ਨੇ, ਠੀਕ ਹੈ ਜੀ। ਤੇ ਜਿਹੜੇ ਸਾਡੇ ਇੱਧਰਲੇ ਨੇ ਇਹ ਸਾਡੇ ਪਦਾਰਥ ਨੇ ਜਿਹੜੇ ਕਿ ਉਹ ਐਬਸਟਰੈਕਟ ਨਹੀਂ ਹੈਗੇ ਗੇ, ਉਹ ਰੀਅਲ ਕਹਾਏ ਜਾਂਦੇ ਨੇ, ਠੀਕ ਹੈ ਜੀ। ਹਾਂ, ਇਹ ਅਮੂਰਤ ਸੰਸਾਰ ਆ ਸਾਡਾ, ਇਹਦੇ ਵਿੱਚ ਮੂਰਤ ਨਹੀਂ ਹੈ, ਇਹਦੇ ਵਿੱਚ ਸਾਡੀ ਮੂਰਤ ਹੈ, ਠੀਕ ਹੈ ਜੀ। ਠੀਕ ਹੈ। ਤੇ ਕੁਛ ਉਹਨਾਂ ਦੀਆਂ ਟਰਮ ਔਰ ਕੰਡੀਸ਼ਨ ਦਿੱਤੀਆਂ ਗਈਆਂ ਨੇ। ਮੈਂ ਇਹ ਅਮੂਰਤ ਸੰਸਾਰ ਦੇ ਜਿਹੜੇ ਤੁਹਾਡੇ ਆਪਰੇਟਰਸ ਨੇ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਇਹ ਕਹਿਣਾ ਚਾਹੁੰਦਾ ਕਿ ਇੱਕ ਤਾਂ ਹਜੇ ਤੱਕ ਸਾਇੰਟਿਸਟਾਂ ਕੋਲ ਇਸ ਤਰ੍ਹਾਂ ਦੀ ਫਿਜ਼ਿਕਸ ਨਹੀਂ ਹੈ ਜਿਹੜੀ ਇਹ ਦੱਸ ਸਕੇ ਕਿ ਜਦੋਂ ਓਬਜ਼ਰਵ ਕੀਤਾ ਜਾਂਦਾ ਕਿਸੇ ਵੇਵ ਨੂੰ ਜਾਂ ਕਿਸੇ ਜਿਹੜਾ ਮੀਜ਼ਰਮੈਂਟ ਬੈਰੀਅਰ ਹੈ ਉਹ ਉੱਥੇ ਜਦੋਂ ਮੀਜ਼ਰਮੈਂਟ ਲਈ ਜਾਂਦੀ ਹੈ, ਕਿਸੇ ਐਕਸਪੈਰੀਮੈਂਟ ਕੀਤਾ ਜਾਂਦਾ, ਤਾਂ ਜਿਹੜਾ ਕੁਆਂਟਮ ਜਿਹੜੀ ਤਰੰਗ ਹੈ, ਵੇਵ ਫੰਕਸ਼ਨ ਹੈ ਜਿਹੜਾ, ਉਹ ਕੋਲੈਪਸ ਕਿਵੇਂ ਕਰਦਾ, ਉਹ ਕੋਲੈਪਸ ਹੋ ਕੇ ਪਾਰਟੀਕਲ ਕਿਵੇਂ ਬਣਦਾ, ਇਸ ਤਰ੍ਹਾਂ ਦੀ ਹਜੇ ਤੱਕ ਫਿਜ਼ਿਕਸ ਨਹੀਂ ਖੋਜੀ ਗਈ। ਹਾਲਾਂਕਿ ਡੀ ਕੋਹਰੈਂਸ ਨਾਮ ਦਾ ਇੱਕ ਟੌਪਿਕ ਆਉਂਦਾ ਆਪਣੇ ਇਹਦੇ ਵਿੱਚ, ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਫਿਰ ਕਿਸੇ ਦਿਨ, ਕਿ ਉਹ ਵੀ ਇੱਕ ਮਤਲਬ ਸੁਝਾਇਆ ਗਿਆ ਹੈ ਕਿ ਡੀ ਕੋਹਰੈਂਸ ਹੁੰਦੀ ਹੈ, ਸਕੈਟਰਿੰਗ ਹੁੰਦੀ ਹੈ, ਜਿਸ ਦੇ ਨਾਲ ਇਹ ਸਾਰਾ ਵੇਵ ਫੰਕਸ਼ਨ ਜਿਹੜਾ ਉਹ ਕੋਲੈਪਸ ਕਰਕੇ ਪਾਰਟੀਕਲ ਬਣਦਾ। ਤਾਂ ਉਸ ਤਰ੍ਹਾਂ ਦੀ ਹਜੇ ਸਾਡੀ ਜਾਣਕਾਰੀ ਦੇ ਵਿੱਚ ਕਮੀ ਹੈ ਕਿ ਹਜੇ ਤੱਕ ਇਹ ਖੋਜਿਆ ਨਹੀਂ ਗਿਆ ਕਿ ਬੈਰੀਅਰ ਦੇ ਵਿੱਚ ਕਿਵੇਂ ਹੁੰਦਾ ਸਾਰਾ ਕੁਛ, ਇਹ ਸਾਰਾ ਆਪਰੇਸ਼ਨ ਕਿਵੇਂ ਹੁੰਦਾ, ਵੇਵ ਫੰਕਸ਼ਨ ਦੇ ਟੁੱਟਣ ਦਾ ਫੰਕਸ਼ਨ ਜਿਹੜਾ ਉਹ ਵੈਸੇ ਉਵੇਂ ਕੁਆਂਟਮ ਮਕੈਨਿਕਸ ਦੇ ਕੋਰਸ ਦੇ ਵਿੱਚ ਕਾਫੀ ਵਾਰ ਦੱਸੀ ਹੈ ਗੱਲ ਕਿ ਆਪਰੇਟਰ ਨੇ ਜਿਹੜੇ ਆਪਰੇਟ ਕਰਦੇ ਨੇ ਕਿਸੇ ਕੁਆਂਟਮ ਅਵਸਥਾ ਦੇ ਉੱਤੇ, ਅਤੇ ਫਿਰ ਉਹ ਸਾਡਾ ਮਤਲਬ ਸਾਨੂੰ ਇੱਕ ਆਈਗਨ ਵੈਲਿਊ ਮਿਲਦੀ ਹੈ ਨਤੀਜੇ ਦੇ ਰੂਪ ਦੇ ਵਿੱਚ, ਕਿ ਮੈਥਮੈਟੀਕਲ ਵੈਲਿਊ ਮਿਲਦੀ ਆ, ਇੱਕ ਸਾਨੂੰ ਨਤੀਜਾ ਮਿਲਦਾ ਉਸਦਾ। ਤਾਂ ਉਹ ਥੋੜ੍ਹੀ ਦੇਰ ਬਾਅਦ ਗੱਲ ਕਰਦੇ ਹਾਂ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਬਾਰੇ। ਪ੍ਰਿੰਸੀਪਲ ਸਰ, ਆਪਾਂ ਹੇਜ਼ਨਬਰਗ ਪ੍ਰਿੰਸੀਪਲ ਬਾਰੇ ਗੱਲ ਕਰਾਂਗੇ ਹੁਣ, ਹੈ ਨਾ ਜੀ। ਉਸ ਤੋਂ ਪਹਿਲਾਂ ਤੁਸੀਂ ਠੀਕ ਹੈ, ਸੁਪਰਪੋਜੀਸ਼ਨ ਬਾਰੇ ਆਪਾਂ ਗੱਲ ਕਰਦੇ ਹਾਂ। ਸੁਪਰਪੋਜੀਸ਼ਨ, ਪਹਿਲਾਂ ਤਾਂ ਸੁਪਰਪੋਜੀਸ਼ਨ ਨੂੰ ਪੰਜਾਬੀ ਵਿੱਚ ਤੁਸੀਂ ਕੀ ਕਹੋਗੇ? ਇੱਕ ਜਿਹੜੀ ਕੁਆਂਟਮ ਸਟੇਟ ਹੈ, ਉਸਦੇ ਕੰਪੋਨੈਂਟਾਂ ਦੇ ਤੌਰ 'ਤੇ ਤੁਸੀਂ ਕਈ ਵੈਕਟਰਾਂ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ। ਮੈਂ ਇੱਕ ਮਿੰਟ ਬਲੈਕਬੋਰਡ 'ਤੇ ਛਾਪਦਾ, ਉਸ ਤੋਂ ਬਾਅਦ ਫਿਰ ਮੈਂ ਮਾਈਕ ਨੂੰ ਚੁੱਕਦਾ।
ਜਿਨ੍ਹਾਂ ਨੂੰ ਜੋੜ ਕੇ ਜਾਂ ਦੋ ਤਰੰਗਾਂ ਨੇ ਜਿਹੜੀਆਂ ਇਹਨਾਂ ਨੂੰ ਜੋੜ ਕੇ ਇੱਕ ਤਰੰਗ ਬਣਦੀ ਹੈ ਕਿ ਇੱਥੇ ਦੋਵੇਂ ਵੇਵ ਨੇ ਜਿਹੜੀਆਂ ਜੁੜ ਕੇ ਇੱਕ ਵੱਡੀ ਵੇਵ ਬਣਾ ਦਿੰਦੀਆਂ, ਇੱਥੇ ਵੀ ਵੱਡੀ ਬਣਾ ਦਿੰਦੀਆਂ, ਲੇਕਿਨ ਇੱਥੇ ਆਪੋਜ਼ਿਟ ਹੋ ਜਾਂਦੀਆਂ ਨੇ, ਇਹ ਆਪਸ ਵਿੱਚ ਇੱਕ ਦੂਜੇ ਨੂੰ ਕੈਂਸਲ ਕਰਦੀਆਂ ਨੇ ਤੇ ਜ਼ੀਰੋ ਹੋ ਜਾਂਦੀਆਂ ਨੇ। ਇਸ ਤਰ੍ਹਾਂ ਨਾਲ ਜਿਹੜੀ ਇਹ ਵਾਲੀ ਵੇਵ ਹੈ ਇਹ ਇਹਨਾਂ ਦੋਵੇਂ ਵੇਵਸ ਦੇ ਜੋੜ ਦੇ ਰੂਪ ਦੇ ਵਿੱਚ ਲਿਖੀ ਜਾ ਸਕਦੀ ਹੈ ਤੇ ਇਹ ਦੋਵੇਂ ਵੇਵਸ ਨੇ ਜਿਹੜੀਆਂ ਜੁੜ ਕੇ ਸੁਪਰ ਇਸ ਨੂੰ ਕਹਿੰਦੇ ਕਿ ਅਸੀਂ ਦੋਵਾਂ ਵੇਵਸ ਦੀ ਜਿਹੜੀ ਸੁਪਰ ਇੰਪੋਜ਼ ਹੋ ਕੇ ਓਵਰਲੈਪ ਕਰਕੇ ਇਹ ਵਾਲੀ ਵੇਵ ਨੂੰ ਇਹ ਜਨਮ ਦੇ ਸਕਦੀਆਂ। ਤੇ ਇਹ ਵਾਲੀ ਵੇਵ ਨੂੰ ਇਸ ਦੇ ਉਲਟੇ ਰੂਪ 'ਚ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਤੋੜ ਕੇ ਦੋ ਵੇਵਸ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ। ਤਾਂ ਇਸ ਤਰ੍ਹਾਂ ਇਸ ਚੀਜ਼ ਨੂੰ ਆਪਾਂ ਸੁਪਰ ਪੋਜੀਸ਼ਨ ਕਹਿੰਦੇ ਹਾਂ ਕਿ ਦੋ ਵੇਵ ਫੰਕਸ਼ਨ ਸੁਪਰਪੋਜ਼ ਹੋ ਕੇ ਇੱਕ ਹੋਰ ਕਿਸੇ ਇੱਕ ਵੇਵ ਫੰਕਸ਼ਨ ਨੂੰ ਜਨਮ ਦੇ ਸਕਦੇ ਹਾਂ। ਯਾਨੀ ਕਿ ਇੱਕ ਜਿਹੜੀ ਕੁਆਂਟਮ ਦੀ ਅਵਸਥਾ, ਕੁਆਂਟਮ ਅਵਸਥਾ ਕਿਸੇ ਸਿਸਟਮ ਦੀ, ਉਹ ਹੋਰ ਕਈ ਕੁਆਂਟਮ ਸਿਸਟਮਾਂ ਦਾ ਜੋੜ ਹੋ ਸਕਦੀ ਹੈ, ਹੋਰ ਕਈ ਅਵਸਥਾਵਾਂ ਦਾ ਜੋੜ ਹੋ ਸਕਦੀ ਹੈ। ਵਾਲੀਆ ਜੀ ਫੋਨ 'ਤੇ ਕਿਤੇ ਉੱਧਰ ਗਏ ਨੇ, ਥੋੜ੍ਹੀ ਦੇਰ ਤੱਕ ਆਉਂਦੇ ਆ, ਉਦੋਂ ਤੱਕ ਮੈਂ ਹੋਰ ਇਸ ਦੇ ਵਿੱਚ ਗੱਲ ਕਰਦਾ ਕਿ ਅਸੀਂ ਕਿਸੇ ਚੀਜ਼ ਦੀ ਪੋਜੀਸ਼ਨ ਨੂੰ ਕਿਵੇਂ ਦਰਸਾਉਂਦੇ ਹਾਂ। ਪੋਜੀਸ਼ਨ ਨੂੰ ਦਰਸਾਉਣ ਦੇ ਲਈ ਅਸੀਂ ਸਕੇਅਰ ਕਰਕੇ ਅਸੀਂ ਪੋਜੀਸ਼ਨ ਨੂੰ ਦਰਸਾਉਂਦੇ ਹਾਂ। ਜੋ ਵੇਵ ਫੰਕਸ਼ਨ ਅਸਲ ਵਿੱਚ ਵੇਵ ਫੰਕਸ਼ਨ ਸਾਨੂੰ ਕਿਸੇ ਖਾਸ ਪੋਜੀਸ਼ਨ ਦੇ ਉੱਤੇ, ਜਿਵੇਂ ਐਕਸ ਹੈ, ਐਕਸ ਜਿਵੇਂ ਸਾਡਾ ਗ੍ਰਾਫ ਪੇਪਰ ਹੈ XYZ ਵਾਲਾ, ਪੋਜੀਸ਼ਨ ਹੈ X ਨੋਟ ਪੋਜੀਸ਼ਨ ਦੇ ਉੱਤੇ ਅਸੀਂ ਵੇਵ ਫੰਕਸ਼ਨ ਜਿਹੜਾ ਹੈ ਉਹਦੀ ਪ੍ਰੋਬੇਬਿਲਿਟੀ ਦੇਖਦੇ ਹਾਂ ਕਿੰਨੀ ਹੈ ਕਿ ਇਸ ਜਗ੍ਹਾ ਦੇ ਉੱਤੇ ਕਣ ਹੈ ਸਾਡਾ ਪਾਰਟੀਕਲ ਹੈ ਉਹ ਇੱਥੇ ਹੋ ਸਕਦਾ। ਜਿਵੇਂ ਇੱਥੇ ਜ਼ਿਆਦਾ ਇਸ ਦੀ ਪ੍ਰੋਬੇਬਿਲਿਟੀ, ਅਸੀਂ ਉਹਦੀ ਪ੍ਰੋਬੇਬਿਲਿਟੀ ਜਾਣ ਸਕਦੇ ਹਾਂ ਪੋਜੀਸ਼ਨ ਦੇ ਨਾਲ ਕਿ ਉਹ ਪ੍ਰੋਬੇਬਿਲਿਟੀ ਦਾ ਜਿਹੜਾ ਗ੍ਰਾਫ ਪੇਪਰ ਹੈ ਉਸਦਾ ਉੱਥੇ ਉਸ ਪੋਜੀਸ਼ਨ ਦੇ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਕਿ ਉੱਥੇ ਕਿਸੇ ਕਣ ਦੇ ਹੋਣ ਦੀ ਜ਼ਿਆਦਾ ਸੰਭਾਵਨਾ ਹੈ, ਉਸ ਨੂੰ ਉਹ ਦੀ ਪ੍ਰੋਬੇਬਿਲਿਟੀ ਡਿਸਟਰੀਬਿਊਸ਼ਨ ਦੇ ਨਾਲ ਦਰਸਾਉਂਦੇ ਹਾਂ। ਅਤੇ ਉਸਦਾ ਅਸੀਂ ਵੇਵ ਫੰਕਸ਼ਨ ਦੇ ਨਾਲ ਸਕੇਅਰ ਨਾਲ ਅਸੀਂ ਪਤਾ ਲੈਂਦੇ ਜੋ ਵੇਵ ਫੰਕਸ਼ਨ ਦਾ ਜਿਹੜਾ ਸਕੇਅਰ ਹੈ ਇਹ ਪ੍ਰੋਬੇਬਿਲਿਟੀ ਦਿੰਦਾ ਸਾਨੂੰ ਕਿਸੇ ਖਾਸ ਪੋਜੀਸ਼ਨ ਦੇ ਉੱਤੇ ਹੋਣ ਦੀ। ਉਸ ਨੂੰ ਅਸੀਂ ਵੈਸੇ ਸਾਈ ਸਟਾਰ ਸਾਈ ਕਹਿੰਦੇ ਹਾਂ। ਸਾਈ ਸਟਾਰ ਦਾ ਮਤਲਬ ਹੈ ਸਾਈ ਦਾ ਕੰਜੂਗੇਟ, ਕੰਪਲੈਕਸ ਕੰਜੂਗੇਟ ਉਸਦਾ ਹੁੰਦਾ। ਵਾਲੀਆ ਜੀ ਬਿਜੀ ਨੇ। ਸੁਪਰ ਪੋਜੀਸ਼ਨ ਤੋਂ ਅੱਗੇ ਵਾਲਾ ਜਿਹੜਾ ਟੌਪਿਕ ਆ ਉਹ ਛੇੜ ਲਿਆ ਹੈ ਨਾ ਜੀ। ਠੀਕ ਹੈ ਜੀ, ਠੀਕ ਹੈ, ਪੋਜੀਸ਼ਨ ਦੀ ਗੱਲ ਕਰਦੇ ਹਾਂ। ਠੀਕ ਹੈ ਜੀ, ਠੀਕ ਹੈ। ਜਿਹੜੀ ਪੋਜੀਸ਼ਨ ਹੈ ਉਹ ਵੇਵ ਫੰਕਸ਼ਨ ਦੇ ਸਕੇਅਰ ਦੇ ਨਾਲ ਅਸੀਂ ਕੈਲਕੂਲੇਟ ਕਰਦੇ ਹਾਂ। ਜੋ ਸਕੇਅਰ ਦੇ ਨਾਲ ਉਹ ਪ੍ਰੋਬੇਬਿਲਿਟੀ ਮਿਲਦੀ, ਸਾਨੂੰ ਪੋਜੀਸ਼ਨ ਨਹੀਂ ਮਿਲਦੀ, ਪ੍ਰੋਬੇਬਿਲਿਟੀ ਮਿਲਦੀ ਹੈ ਕਿ ਕਿਸੇ ਖਾਸ ਜਗ੍ਹਾ ਦੇ ਉੱਤੇ ਉਸਦੀ ਪਾਰਟੀਕਲ ਦੇ ਹੋਣ ਦੀ ਜਿਹੜੀ ਪ੍ਰੋਬੇਬਿਲਿਟੀ ਹੈ, ਜਿਹੜੀ ਸੰਭਾਵਨਾ ਹੈ ਉਹ ਕਿੰਨੀ ਹੈ, ਉਹ ਵੇਵ ਫੰਕਸ਼ਨ ਦਾ ਸਕੇਅਰ ਕਰਕੇ ਮਿਲਦੀ ਹੈ। ਉਹਦਾ ਸਕੇਅਰ ਅਸੀਂ ਇਸ ਤਰੀਕੇ ਨਾਲ ਕਰਦੇ ਹਾਂ ਸਾਈ ਸਟਾਰ ਸਾਈ ਨਾਲ। ਸਾਈ ਉਸਦਾ ਕੰਪਲੈਕਸ ਕੰਜੂਗੇਟ ਹੁੰਦਾ ਅਤੇ ਜਿਸ ਦੇ ਬਾਰੇ ਤੁਹਾਨੂੰ ਵਾਲੀਆ ਜੀ ਦੱਸ ਸਕਦੇ ਹਾਂ ਕਿ ਕੰਜੂਗੇਟ ਕੀ ਹੁੰਦਾ। ਜਦੋਂ ਆਪਾਂ ਇਹਦਾ ਸਕੇਅਰ ਕਰਦੇ ਹਾਂ ਤਾਂ ਤੁਹਾਡਾ ਜਿਹੜਾ ਵੇਵ ਵਾਲਾ ਗ੍ਰਾਫ ਆ ਉਹ ਕੀ ਬਿਲਕੁਲ ਉੱਪਰ ਨੂੰ ਚਲੇ ਜਾਂਦਾ ਅਤੇ ਬਾਕੀ ਜਿਹੜਾ ਉਹ ਮੋਮੈਂਟਮ ਆ ਜਿਹੜਾ ਉਹ ਖ਼ਤਮ ਕਰ ਦਿੰਦਾ ਉਸ ਚੀਜ਼ ਨੂੰ। ਜਿਹੜਾ ਇਹ ਵਾਲਾ ਫੰਕਸ਼ਨ ਵਾਲੀ ਜੀ ਨੇ ਬਣਾਇਆ ਇਹ ਡਿਰਾਕ ਡੈਲਟਾ ਫੰਕਸ਼ਨ ਦੀ ਤਰ੍ਹਾਂ, ਜਿਹੜਾ ਕਿ ਇੱਕ ਖਾਸ ਜਗ੍ਹਾ ਦੇ ਉੱਤੇ ਕੰਸਨਟ੍ਰੇਟਡ ਹੈ ਅਤੇ ਇਸੇ ਜਗ੍ਹਾ ਦੇ ਉੱਤੇ ਕਿਸੇ ਪਾਰਟੀਕਲ ਦੇ ਹੋਣ ਦੀ ਸੰਭਾਵਨਾ ਹੈ, ਉਸਦੀ ਪ੍ਰੋਬੇਬਿਲਿਟੀ ਵੱਧ ਤੋਂ ਵੱਧ ਹੈ। ਬਾਕੀ ਜਗ੍ਹਾ ਪ੍ਰੋਬੇਬਿਲਿਟੀ ਜ਼ੀਰੋ ਹੈ, ਲੇਕਿਨ ਇਸ ਨੂੰ ਫਿਰ ਵੀ ਜ਼ੀਰੋ ਨਹੀਂ ਕਿਹਾ ਜਾਂਦਾ ਪ੍ਰੋਬੇਬਿਲਿਟੀ ਨੂੰ। ਇਸ ਨੂੰ ਕਿਹਾ ਜਾਂਦਾ ਕਿ ਬਹੁਤ ਮਿਨੀਮਮ ਹੈ, ਘੱਟ ਹੈ, ਸੂਕਨ ਪ੍ਰੋਬੇਬਿਲਿਟੀ ਹੈ ਬਾਕੀ ਜਗ੍ਹਾ ਦੇ ਹੋਣ ਦੀ। ਇੱਕੋ ਖਾਸ ਜਗ੍ਹਾ 'ਤੇ ਜਿਹੜਾ ਪ੍ਰੋਬੇਬਿਲਿਟੀ ਫੰਕਸ਼ਨ ਹੈ ਜਿਹੜਾ ਉਹ ਖਾਸ ਜ਼ਿਆਦਾ ਕੰਸਨਟ੍ਰੇਟਡ ਹੈ। ਪ੍ਰੋਬੇਬਿਲਿਟੀ ਜਿਹੜੀ ਉਹਦਾ ਐਂਪਲੀਟਿਊਡ ਆ ਜਿਹੜਾ ਹਾਈ ਹੈ, ਜਿੱਥੇ ਐਂਪਲੀਟਿਊਡ ਹਾਈ ਹੈ ਉੱਥੇ ਉਸਦੇ ਪਾਰਟੀਕਲ ਦੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਤੇ ਕੁਆਂਟਮ ਮਕੈਨਿਕਸ ਸਾਨੂੰ ਪ੍ਰੋਬੇਬਿਲਿਟੀਆਂ ਦਿੰਦਾ।
ਮਤਲਬ ਮੈਂ ਕਹਿੰਦੀ ਜਿਹੜੀ ਸਟੱਡੀ ਆ ਤੁਹਾਨੂੰ ਪ੍ਰੋਬੇਬਿਲਿਟੀ ਦੱਸਦੀ ਹੈ ਕਿਸੇ ਚੀਜ਼ ਦੇ ਹੋਣ ਦੀ ਸੰਭਾਵਨਾ ਦਾ ਨਾਪ ਦਿੰਦੀ ਆ ਉਹ ਕੁਆਂਟਮ ਮਕੈਨਿਕਸ ਦੀ ਜਿਹੜੀ ਸਟੱਡੀ ਹੈ। ਹਾਂਜੀ ਜਿਹੜਾ ਇਹ ਐਂਪਲੀਟਿਊਡ ਆ ਸਾਨੂੰ ਇਹਦੀ ਪੋਜੀਸ਼ਨ ਬਾਰੇ ਦੱਸਦਾ, ਜਿਹੜਾ ਸਾਡਾ ਮੋਮੈਂਟਮ ਆ ਉਹ ਕਿਹੜੀ ਚੀਜ਼ ਦੱਸਦੀ ਆ? ਜਿਹੜਾ ਉੱਪਰ ਨੂੰ ਹੁੰਦਾ ਕਿਸੇ ਵੇਵ ਦਾ ਹਾਈਟ ਕਿੰਨੀ ਹੈ ਉਹ ਉਹਦਾ ਐਂਪਲੀਟਿਊਡ ਹੈ, ਤੇ ਐਂਪਲੀਟਿਊਡ ਦਾ ਸਕੇਅਰ ਉਸਦੀ ਪ੍ਰੋਬੇਬਿਲਿਟੀ ਪੋਜੀਸ਼ਨ ਦੀ ਦੱਸਦਾ ਸਾਨੂੰ। ਪ੍ਰੋਬੇਬਿਲਿਟੀ ਦੇ ਲਈ ਅਸੀਂ ਐਂਪਲੀਟਿਊਡ ਦਾ ਸਕੇਅਰ ਕਰਦੇ ਹਾਂ। ਮੋਮੈਂਟਮ ਹੈ, ਮੋਮੈਂਟਮ ਉਸਦੀ ਵੇਵ ਦੀ ਜਿਹੜੀ ਵੇਵ ਲੈਂਥ ਹੈ, ਜਿਵੇਂ ਵੇਵ ਲੈਂਥ ਇੱਥੋਂ ਲੈ ਕੇ ਅਸੀਂ ਇੱਥੇ ਤੱਕ ਦੇਖਦੇ ਹਾਂ ਜਾਂ ਫਿਰ ਇੱਥੋਂ ਲੈ ਕੇ ਇੱਥੇ ਤੱਕ ਦਾ ਜਿਹੜਾ ਡਿਫਰੈਂਸ ਹੈ ਵੇਵ ਲੈਂਥ ਹੈ ਜਿਹੜਾ, ਇਹ ਇਸ ਨੂੰ ਲੈਮਡਾ ਲਿਖਦੇ ਹਾਂ ਆਪਾਂ ਅਕਸਰ, ਜਾਂ ਵੇਵ ਲੈਂਥ ਮੋਮੈਂਟਮ ਦਾ ਸੰਬੰਧ ਹੈ ਕਿ ਮੋਮੈਂਟਮ ਜਿਹੜਾ ਉਹ ਵੇਵ ਲੈਂਥ ਤੋਂ ਕੈਲਕੂਲੇਟ ਹੁੰਦਾ ਹੈ। ਜਿਹੜਾ ਮੋਮੈਂਟਮ ਹੈ ਤੁਹਾਨੂੰ ਪਤਾ ਕਿ ਉਹ ਆ ਜਾਂਦਾ ਤੇ ਵੈਲੋਸਿਟੀ ਡਿਸਟੈਂਸ ਨਾਲ ਰਿਲੇਟਡ ਆ ਜਾਂਦੀ ਹੈ, ਤੇ ਡਿਸਟੈਂਸ ਆ ਜਿਹੜਾ ਉਹ ਕਿਸੇ ਚੀਜ਼ ਦੀ ਮੂਵਮੈਂਟ ਦੇ ਨਾਲ ਰਿਲੇਟਡ ਹੈ, ਤੇ ਉਹ ਮੂਵਮੈਂਟ ਆ ਜਿਹੜੀ ਉਹ ਫਿਰ ਵੇਵ ਲੈਂਥ ਦੇ ਨਾਲ ਹੀ, ਵੇਵ ਲੈਂਥ ਤੇ ਟਾਈਮ ਉਹਦੇ 'ਚ ਇਨਵੋਲਵ ਹੁੰਦਾ, ਫ੍ਰੀਕੁਐਂਸੀ ਇਨਵੋਲਵ ਹੁੰਦੀ ਹੈ, ਤਾਂ ਉਹ ਨਾ ਬਿਲਕੁਲ ਸਹੀ ਹੈ, ਬਿਲਕੁਲ ਸਹੀ। 4-5 ਵਰਡ ਨੇ ਨਾ ਜਿਹੜੇ ਤੁਸੀਂ ਉਹਨਾਂ ਦੀ ਤਹਿਾਂ ਜੀਆਂ ਲਾਤੀਆਂ, ਉਹ ਬਹੁਤ ਵਧੀਆ ਲੱਗਿਆ। ਤੇ ਆਪਣੇ ਕੋਲ ਸਰ ਜਿਹੜੀ ਪੋਜੀਸ਼ਨ ਆ ਤੇ ਜਿਹੜਾ ਮੋਮੈਂਟਮ ਆ, ਉਹ ਦੋਨਾਂ 'ਚ ਅਨਸਰਟੇਨ ਜਿਹੜਾ ਹੈ ਉਹ ਹੋਣ ਦਾ ਕਾਰਨ ਇਹੀ ਹੈ, ਤੁਸੀਂ ਦੱਸੇ ਦਿੱਤਾ ਵੀ ਜੇ ਐਂਪਲੀਟਿਊਡ ਹਾਈ ਆ ਤਾਂ ਮੋਮੈਂਟਮ ਆਪਣਾ ਉਹ ਬਿਲਕੁਲ ਡਿਮੀਨਿਸ਼ ਹੀ ਹੋ ਜਾਏਗਾ। ਤੇ ਇਹ ਗੱਲ ਪਤਾ ਕਿਵੇਂ ਲੱਗਦੀ ਆ ਜਾਂ ਕਿਸੇ ਭੌਤਿਕ ਸੰਸਾਰ ਦੇ ਵਿੱਚੋਂ ਆਪਾਂ ਨੂੰ ਕਿਵੇਂ ਸਮਝ ਆਉਂਦੀ? ਤਾਂ ਹੇਜ਼ਨਬਰਗ ਦਾ ਜਿਹੜਾ ਅਨਸਰਟਨਟੀ ਪ੍ਰਿੰਸੀਪਲ ਆ, ਮੈਂ ਵਾਲੀਆ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅਨਸਰਟਨਟੀ ਪ੍ਰਿੰਸੀਪਲ ਇੱਥੇ ਲਿਖਣ। ਵਾਲੀ ਜੀ ਉੱਪਰ ਵੇਵ ਫੰਕਸ਼ਨ ਸੁਪਰਪੋਜੀਸ਼ਨ ਨੂੰ ਮਿਟਾ ਕੇ ਥੱਲੇ ਇਹ ਸਾਰਾ ਕੁਝ ਲਿਖਿਆ ਰਹਿਣ ਦਿਓ, ਉੱਪਰ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਛਾਪ ਦਿਓ। ਦੀ ਜ਼ਿਆਦਾ ਆਦਤ ਹੈ ਬਲੈਕ ਬੋਰਡ ਮੈਂ ਘੱਟ ਯੂਜ਼ ਕਰਦਾ, ਉਹ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ। ਹੇਜ਼ਨਬਰਗ ਦੇ ਸਪੈਲਿੰਗ ਕੁਝ ਵੀ ਲਿਖ ਦਿਓ ਜੀ, ਪੰਜਾਬੀ 'ਚ ਲਿਖ ਦਿਓ ਜੀ, ਪੰਜਾਬੀ 'ਚ ਲਿਖ ਦਿਓ ਜੀ, ਪੰਜਾਬੀ 'ਚ ਲਿਖਣਾ ਸੌਖਾ। ਅਨਸਰਟਨਟੀ ਨੂੰ ਅਨਸਰਟਨਟੀ ਉਹ ਲਿਖਿਓ, ਨਿਸ਼ਚਿਤਤਾ ਸਿਧਾਂਤ ਨਾਲ ਲਿਖਿਓ। ਇਹ ਸੁਪਰਪੋਜੀਸ਼ਨ ਦਾ ਜਿਹੜਾ ਸਾਡਾ, ਜਿਵੇਂ ਪਹਿਲਾਂ ਜੋ ਸਮਝਾਇਆ ਕਿ ਇੱਕ ਵੇਵ ਹੈ ਜਿਹੜੀ ਉਹ ਦੋ ਵੇਵਸ ਜਾਂ ਜਿੰਨੀਆਂ ਮਰਜ਼ੀ ਵੇਵਸ ਦੇ ਜੋੜ ਦੇ ਰੂਪ ਦੇ ਵਿੱਚ ਹੋ ਸਕਦੀ ਹੈ। ਇਸੇ ਤਰੀਕੇ ਨਾਲ ਜਿੰਨੀਆਂ ਮਰਜ਼ੀਆਂ ਵੇਵਸ ਨੇ ਜਿਹੜੀਆਂ ਉਹ ਜੋੜ ਕੇ ਇੱਕ ਖਾਸ ਸੁਪਰ ਇੰਪੋਜ਼ ਹੋ ਕੇ ਓਵਰਲੈਪ ਹੋ ਕੇ ਆਪਸ ਵਿੱਚ ਇਕੱਠੀਆਂ ਜੁੜ ਕੇ ਜਾਂ ਘਟ ਕੇ ਇੱਕ ਵੇਵ ਬਣਾ ਸਕਦੀਆਂ। ਦੇਖੋ ਦੋ ਚੀਜ਼ਾਂ ਨੇ ਵਿੱਚ, ਇੱਕ ਤੋਂ ਅਨੇਕ ਹੋ ਸਕਦੀਆਂ, ਅਨੇਕ ਤੋਂ ਇੱਕ ਹੋ ਸਕਦੀਆਂ। ਜਿਹੜਾ ਪਾਰਟੀਕਲ ਹੈ ਉਹ ਕਈ ਵੇਵਸ ਦਾ ਜੋੜ ਹੋ ਸਕਦਾ ਹੈ। ਜਿਵੇਂ ਨੀਚੇ ਬਣਾਈ ਵੀ ਆਪਾਂ ਨੇ, ਮੈਂ ਦੱਸਦਾ ਕੋਲ ਜਾ ਕੇ। ਬਾਕੀ ਜਗ੍ਹਾ ਦੇ ਉੱਤੇ ਹੈ ਨਹੀਂ, ਇਸ ਜਗ੍ਹਾ ਦੇ ਉੱਤੇ ਪਾਰਟੀਕਲ ਦੀ ਪੋਜੀਸ਼ਨ ਹੈ ਜਿਹੜੀ ਉਹ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਪੋਜੀਸ਼ਨ ਦੀ ਪ੍ਰੋਬੇਬਿਲਿਟੀ ਇੱਥੇ ਸਭ ਤੋਂ ਜ਼ਿਆਦਾ ਕਿਸੇ ਇਲੈਕਟ੍ਰੋਨ ਦੀ ਪੋਜੀਸ਼ਨ ਹੈ ਜਿਹੜੀ, ਤੇ ਬਾਕੀ ਜਗ੍ਹਾ ਉਹ ਘੱਟ ਹੈ। ਤਾਂ ਇਹ ਵਾਲੀ ਵੇਵ ਹੈ ਜਿਹੜੀ ਇਹ ਕਈ ਵੇਵਸ ਦਾ ਜੋੜ ਹੋ ਸਕਦੀ ਹੈ।
ਇਹਦੇ ਵਿੱਚ ਅਸੀਂ ਇਸ ਦੀ ਉੱਪਰ ਵਾਲੀ ਜਿਹੜੀ ਇਸਦਾ ਐਂਪਲੀਟਿਊਡ ਆ ਉੱਪਰ ਨੂੰ ਲਵਾਂਗੇ। ਇਹਨੂੰ ਕੈਂਸਲ ਹੋਈ ਵੀ ਦਿਖਾ ਸਕਦੇ ਹਾਂ। ਇੱਧਰ ਵੀ 0 ਬਣਦੀ ਹੈ ਤੇ ਇੱਥੇ 2 ਵੇਵਸ ਜੁੜ ਕੇ ਇਹ ਵੱਡੀ ਵੇਵ ਬਣਦੀਆਂ, 2 ਜਾਂ 3 ਵੀ ਹੋ ਸਕਦੀਆਂ ਇਹ ਬਾਕੀ ਜਗ੍ਹਾ ਇਹ ਵੇਵਸ ਕਿ ਪ੍ਰੋਬੇਬਿਲਿਟੀ ਇੱਥੇ ਰਹਿੰਦੀ ਹੈ ਤੇ ਐਸੀ ਤਰ੍ਹਾਂ ਦੀਆਂ ਵੇਵਸ ਦੀ ਜੋੜ ਹੋ ਸਕਦੀ ਹੈ, ਜਿਹੜੀ ਇਹ ਵਾਲੀ ਵੇਵ ਹੈ ਫਸਟ ਵਾਲੀ। ਤੇ ਦੂਜੀ ਇਸ ਦਾ ਮੋਮੈਂਟਮ ਹੈ। ਮੋਮੈਂਟਮ ਦੇ ਲਈ ਸਾਨੂੰ ਦੇਖਣੀ ਪਏਗੀ ਕਿ ਵੇਵ ਲੈਂਥ, ਹੁਣ ਇਹ ਵਾਲੀ ਕਈ ਤਰ੍ਹਾਂ ਦੀਆਂ ਹੋਰ ਵੇਵ ਲੈਂਥ ਦੇ ਵਿੱਚ ਉਹਨਾਂ ਦਾ ਜੋੜ ਹੋ ਸਕਦੀ ਹੈ। ਸਾਰੀਆਂ ਵੇਵਸ ਨੂੰ ਇਕੱਠਾ ਦੇਖਦੇ ਹਾਂ ਜਾਂ ਇਕੱਲੀ ਇਕੱਲੀ ਦੇਖਦੇ ਹਾਂ ਤਾਂ ਸਾਡੀ ਜਿਹੜੀ ਇਹ ਬਹੁਤ ਸਾਰੀਆਂ ਵੇਵਸ ਹੋ ਜਾਂਦੀਆਂ, ਇਹ ਹੋ ਜਾਂਦੀ, ਇਹ ਹੋ ਜਾਂਦੀ, ਇਹ ਹੋ ਜਾਂਦੀ ਹੈ ਤੇ ਹੋਰ ਵੀ ਵੇਵਸ ਹੋ ਜਾਂਦੀਆਂ ਜਿਹੜੀਆਂ ਜੋੜ ਕੇ ਇਹ ਬਣਦੀਆਂ। ਤਾਂ ਉਹਨਾਂ ਦੇ ਵਿੱਚ ਵੇਵ ਲੈਂਥ ਡਿਫਰੈਂਟ ਹੋ ਸਕਦੀ, ਕਿੰਨੀ ਵੇਵ ਲੈਂਥ ਹੋ ਸਕਦੀ ਹੈ। ਯਾਨੀ ਕਿ ਜਿਹੜਾ ਮੋਮੈਂਟਮ ਹੈ ਉਹ ਹੋ ਜਾਂਦਾ। ਬਹੁਤ ਸਾਰੀਆਂ ਹੋ ਸਕਦੀਆਂ, ਕੱਲੀ ਕੱਲੀ ਦਾ ਜਿਹੜਾ ਜਿਹੜਾ ਵੇਵ ਲੈਂਥ ਹੈ ਉਸਦੀ ਉਹ ਡਿਫਰੈਂਟ ਹੋ ਸਕਦੀ ਹੈ ਸਭ ਦੀ। तो कई सारिया वेव्स का जोड़ होने कारण वो डिफरेंट हो सकती है। तो मोमेंटम नू सर्टन कर दें कि मोमेंटम अगर मोमेंटम नू सर्टन कर दें, मोमेंटम नू असीं शुद्धता दे नाल नापदे हैं। अगर मोमेंटम नू सर्टनटी देंदे हैं, निश्चितता दे दें, निर्धारित कर दें मोमेंटम सर्टन है तो फिर पोजीशन अनसर्टन हो जाती है। वो किवें हुंदी है मैं दसदा। साइन वेव है दर्शाती है, जी मोमेंटम की वेव लेंथ दर्शाती है, जी इस साइड में दर्शाती है वेव लेंथ लैम्डा आप कहते हैं इसनूं जिवें। तां ये किन्नियां सारियां असीं ये वेव्स अगर इसनूं सर्टन कर दिंदे तां ये सारियां दी इसकी पोजीशन का फिर वो रहिंदा नहीं, क्योंकि वो इस साइड भी बनेगी फिर उस साइड भी बनेगी। तो पोजीशन फिर इत्थे भी हो सकती है, उत्थे भी हो सकती है, इधर भी हो सकती है। तो जिहड़ी पोजीशन है फिर उत्थे अपना एक सिंगल जगह कंसनट्रेटेड होने की जिहड़ा वजूद है वो गवा लैंदी है। अगर मोमेंटम उसका पक्का हो जाता है कि वो इस खास तरह की वेव के नाल बनता है, वेव लेंथ नाल बनता है, तो उसकी जिहड़ी उसका एंपलीट्यूड बहुत जगह होएगा। वो हेजनबर्ग के कहण तो ये भाव सीगा। मैं वालिया जी नूं माइक देना, विच नूं चले जांदे ने उधर ते नहीं मेरी भी हैगी आ, थोड़ी भी हैगी आ, सही है जी। और मैं नाल दी नाल लाइव देखी भी जा रहा हैगा। तां साडा जिहड़ा अज दा वैसे लगभग टॉपिक पूरा हो चुकिया। अगर तुसीं सर होर कुछ इस दे विच दसना चाहुंदे तो मैनूं थोड़ा दस भी दो। मैनूं लगदा मेरा तो सवाल मुक गया, पर हाँ मैं ऑडियंस तो जरूर पूछना चाहांगा। अगर कोई सवाल पूछना चाहते ने ते हाँ, अगर कोई गलबात ਜਾਂ कोई कुछ पूछना चाहता है भी, कोई ਜਿਹੜਾ ਅੱਜ ਦਾ ਸਾਡਾ ਟੌਪਿਕ ਸੀ, ਵਿਸ਼ਾ ਸੀ, ਉਹ ਬਹੁਤ ਜ਼ਬਰਦਸਤ ਹੈ ਵੀ ਸਮਝ ਲਿਆ ਗਿਆ ਹੈ ਇਹਦਾ ਮੈਥਮੈਟਿਕਸ। ਹਾਂ ਮੈਥਮੈਟਿਕਸ ਜ਼ਰੂਰ ਸਮਝ ਲਿਆ ਗਿਆ ਹੈ ਵੀ ਇਹ ਚੀਜ਼ਾਂ ਪ੍ਰਗਟ ਕਿਵੇਂ ਹੁੰਦੀਆਂ ਨੇ। ਮੈਥ ਉਹਦਾ ਸਾਡੇ ਕੋਲ ਹੈ, ਇੱਕ ਵਿਚਾਲੇ ਇੱਕ ਬੈਰੀਅਰ ਹੈ, ਅਮੂਰਤ ਸੰਸਾਰ ਤੇ ਮੂਰਤ ਸੰਸਾਰ। ਇੱਕ ਐਸਾ ਸੰਸਾਰ ਜਿਹੜਾ ਕਿ ਜਿਸਦਾ ਅਸੀਂ ਕੋਈ ਮੂਰਤੀ ਜਾਂ ਕੁਛ ਵੀ ਨਹੀਂ ਬਣਾ ਸਕਦੇ। ਦੂਸਰੇ ਪਾਸੇ ਸਾਡੇ ਕੋਲ ਉਸਦੇ ਕਲਾਸੀਕਲ ਸੰਸਾਰ ਦੇ ਕਣ ਪਾਰਟੀਕਲ ਲੱਭਦੇ ਨੇ ਤੇ ਉਹਦਾ ਗਣਿਤ ਜਿਹੜਾ ਬਹੁਤ ਸਟੀਕ ਆ। ਗਣਿਤ ਹਮੇਸ਼ਾ ਸਟੀਕ ਹੁੰਦਾ
ਉਹ ਸਾਡੇ ਕੋਲ ਵੀ ਸਮਝ ਲਿਆ ਗਿਆ ਹੈ ਔਰ ਕੰਮ ਵੀ ਕਰਦਾ ਹੈ। ਉਹਦੇ ਆਧਾਰ ਤੇ ਹੀ ਅਸੀਂ ਸਾਡਾ ਸਾਰਾ ਸਿਸਟਮ ਜਿਹੜਾ ਵੀ ਆਵਾਜ਼ ਵੀ ਮੇਰੀ ਜਿਹੜੀ ਤੁਹਾਡੇ ਤੱਕ ਪਹੁੰਚ ਰਹੀ ਆ, ਇਹ ਸਾਰਾ ਇਸ ਚੰਗੀ ਤਰ੍ਹਾਂ ਇਸ ਸਿਸਟਮ ਨੂੰ ਸਮਝ ਲਿਆ ਗਿਆ ਹੈ ਤਾਂ ਤੁਹਾਡੇ ਕੋਲ ਪਹੁੰਚ ਰਹੀ ਹੈ। ਠੀਕ ਹੈ ਜੀ। ਇਹਦੀ ਐਪਲੀਕੇਸ਼ਨਸ ਬਣ ਚੁੱਕੀਆਂ ਨੇ ਔਰ ਬਹੁਤ ਵੱਡੇ ਪੱਧਰ ਤੇ ਇਹਦਾ ਕੰਮ ਹੋ ਚੁੱਕਿਆ ਹੈ ਨਾ। ਤਾਂ ਹਲੇ ਵੀ ਪਰ ਸਾਡੇ ਕੋਲ ਜਿਹੜੀ ਪ੍ਰਗਟ ਹੋਣ ਦੀ ਜਿਹੜੀ ਇੱਕ ਸੰਸਾਰ ਤੋਂ ਦੂਸਰੇ ਸੰਸਾਰ ਦੇ ਵਿੱਚ ਵਾਲਾ ਜਿਹੜਾ ਬੈਰੀਅਰ ਆ, ਉਹ ਹਲੇ ਅਧੂਰਾ, ਉਹਦੀ ਜਾਣਕਾਰੀ ਅਧੂਰੀ ਆ, ਹਲੇ ਵੀ ਉਹ ਘੱਟ ਆ ਸਾਡੇ ਕੋਲ। ਤੇ ਇਹੋ ਜਿਹੇ ਜਿਹੜੇ ਵਿਸ਼ੇ ਤੇ ਜਿਹੜੇ ਕਿ ਸਾਨੂੰ ਪਰਮ ਸਰ ਨਾਲ ਗੱਲਬਾਤ ਕਰਨ ਤੇ ਸਾਨੂੰ ਜਾਣਕਾਰੀ ਜਿਹੜੀ ਹੈ ਬੜੀ ਸੁਖਾਲੀ ਮਿਲ ਗਈ ਹੈ। ਨਹੀਂ ਤਾਂ ਇਹੋ ਜਿਹੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸ਼ਾਇਦ ਇੱਕ ਦੋ ਕਿਤਾਬਾਂ ਇਕੱਠੀਆਂ ਪੜ੍ਹਨੀਆਂ ਪੈਣ, ਕਿਉਂਕਿ ਇਹੋ ਜਿਹੇ ਟੌਪਿਕ ਵਿਗਿਆਨ ਦੇ ਵਿਸ਼ੇ ਨਾਲ ਜੁੜੇ ਹੋਏ ਵੀ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਧਾਰਨ ਹੁੰਦੀਆਂ। ਇਹ ਪਰਸੀਵ ਕਰਨਾ ਹੀ ਬੜਾ ਔਖਾ ਹੁੰਦਾ ਇਹਨਾਂ ਚੀਜ਼ਾਂ ਨੂੰ। ਤਾਂ ਥੈਂਕ ਯੂ ਸੋ ਮਚ। ਅਗਰ ਕੋਈ ਸਵਾਲ ਹੋਇਆ ਤਾਂ ਤੁਸੀਂ ਪੁੱਛ ਸਕਦੇ ਹੋ। ਪਰਮ ਸਰ, ਤੁਸੀਂ ਕੋਈ ਗੱਲਬਾਤ ਅਲੱਗ ਤੋਂ ਅਗਰ ਕੋਈ ਕਹਿਣਾ ਚਾਹੁੰਦੇ ਹੋ ਤਾਂ ਦੱਸ ਦਿਓ, ਤੇ ਉਸ ਤੋਂ ਬਾਅਦ ਆਪਾਂ ਫਿਰ ਫਤਿਹ ਬੁਲਾ ਦਿੰਦੇ ਹਾਂ। ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਸਵਾਰ ਕੇ ਸਮਝਣਾ ਚਾਹੁੰਦੇ ਆ, ਧੁਰ ਅੰਦਰ ਤੱਕ ਸਮਝਣਾ ਚਾਹੁੰਦੇ ਆ, ਤਾਂ ਤੁਹਾਨੂੰ ਕੁਆਂਟਮ ਮਕੈਨਿਕਸ ਦਾ ਜਿਹੜਾ ਕੋਰਸ ਹੈ, ਜਿਵੇਂ ਮੈਂ ਇਹਦੇ 'ਚ ਪੰਜਾਬੀ 'ਚ ਪਾ ਰਿਹਾ, ਉਹ ਇੱਕ ਸਾਇੰਟਿਸਟ ਦੀ ਕਿਤਾਬ ਤੋਂ ਲਿਆ ਗਿਆ। ਚੰਗਾ ਵੈਲ ਨੋਨ ਸਾਇੰਟਿਸਟ ਹੈ, ਜਿਸ ਤੋਂ ਮੈਂ ਸਾਰਾ ਕੁਆਂਟਮ ਮਕੈਨਿਕਸ ਦਾ, ਕੁਆਂਟਮ ਫਿਜ਼ਿਕਸ ਬਾਰੇ ਕਾਫੀ ਕੁਝ ਸਾਰਾ ਉਸ ਤੋਂ ਸਿੱਖਿਆ। ਅਤੇ ਉਸ ਨੂੰ ਤੁਸੀਂ ਪੰਜਾਬੀ ਦੇ ਵਿੱਚ ਮੈਂ ਵੀਡੀਓ ਪਾ ਰਿਹਾ ਆਪਣੇ YouTube ਦੇ ਚੈਨਲ 'ਤੇ, ਉੱਥੇ ਤੁਸੀਂ ਦੇਖ ਸਕਦੇ ਆ। ਅਤੇ ਉਸ ਮੈਥ ਥੋੜ੍ਹਾ ਬੋਰਿੰਗ ਲੱਗੇਗਾ ਤੁਹਾਨੂੰ ਉਸਦੇ ਵਿੱਚ, ਪਰ ਉਹ ਇੱਕ ਵਾਰੀ ਤੁਹਾਨੂੰ ਜਿਹੜਾ ਬੋਰਿੰਗ ਵਾਲਾ ਜਿਹੜਾ ਪਾਰਟ ਹੈ ਮੁੱਕ ਜਾਏਗਾ, ਉਸ ਤੋਂ ਬਾਅਦ ਆਪਾਂ ਇੰਟਰਸਟਿੰਗ ਚੀਜ਼ਾਂ ਨੂੰ ਸ਼ੁਰੂ ਕਰਾਂਗੇ। ਉਹ ਇੰਟਰਸਟਿੰਗ ਚੀਜ਼ਾਂ ਤੁਹਾਨੂੰ ਸਮਝ ਤਾਂ ਆਉਣਗੀਆਂ ਜੇ ਤੁਸੀਂ ਉਹ ਬੋਰਿੰਗ ਵਾਲਾ ਪਾਰਟ ਪਹਿਲਾਂ ਸਮਝ ਚੁੱਕੇ ਹੋਵੋਗੇ। ਜਾਂ ਮੈਂ ਇਹ ਨਹੀਂ ਕਹਿੰਦਾ ਕਿ ਉਸ ਨੂੰ ਤੁਸੀਂ ਰੱਟਾ ਲਾਣਾ ਹੈ ਜਾਂ ਤੁਸੀਂ ਉਸ ਨੂੰ ਰੱਟਾ, ਉਸਦੇ ਵਿੱਚ ਆਟੋਮੈਟਿਕ ਸਿਸਟਮ ਹੀ ਇਸ ਤਰ੍ਹਾਂ ਦਾ ਬਣਾਇਆ ਗਿਆ ਉਸਦਾ ਕੋਰਸ ਦਾ ਕਿ ਵਾਰ-ਵਾਰ ਚੀਜ਼ਾਂ ਰਿਪੀਟ ਹੁੰਦੀਆਂ ਉਸਦੇ ਵਿੱਚ, ਅਤੇ ਰਿਪੀਟ ਹੋਣ ਦੇ ਨਾਲ ਸਾਰਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਕੀ ਕਿਹਾ ਜਾ ਰਿਹਾ ਹੈ। ਕਿ ਹਰ ਵਾਰ ਰਿਪੀਟ ਹੋਣ ਦੇ ਨਾਲ ਸਾਨੂੰ ਆਪਣੇ ਆਪ ਹੀ ਰੱਟਾ ਲੱਗ ਜਾਂਦਾ ਉਸਦਾ, ਅਤੇ ਹਰ ਵਾਰੀ ਉਸ ਨੂੰ ਥੋੜ੍ਹਾ ਥੋੜ੍ਹਾ ਅੱਗੇ ਦੱਸਿਆ ਜਾਂਦਾ ਕਿ ਪਹਿਲਾਂ ਕੀ ਪੜ੍ਹਿਆ ਸੀ। ਅਤੇ ਕਾਫੀ ਸੌਖਾ ਹੀ ਹੈ, ਇੰਨਾ ਮੁਸ਼ਕਿਲ ਨਹੀਂ ਹੈ। ਤੁਸੀਂ ਉਸ ਨੂੰ ਅਗਰ 10ਵੀਂ ਕੀਤੀ ਹੈ ਅਤੇ ਤੁਹਾਨੂੰ ਮਾੜਾ ਮੋਟਾ ਇਹਦਾ ਵਿੱਚ ਕੰਪਲੈਕਸ ਨੰਬਰਾਂ ਬਾਰੇ ਪਤਾ ਹੈ, ਇੰਟੀਗ੍ਰੇਸ਼ਨ ਜਾਂ ਡਿਫਰੈਂਸ਼ੀਏਸ਼ਨ ਬਾਰੇ ਤੁਸੀਂ ਸਿੱਖ ਸਕਦੇ ਹੋ। ਮੈਂ ਵਾਲੀਆ ਜੀ ਨੂੰ ਬੇਨਤੀ ਕਰਾਂਗਾ ਕਿ ਇੰਟੀਗ੍ਰੇਸ਼ਨ ਅਤੇ ਡਿਫਰੈਂਸ਼ੀਏਸ਼ਨ ਦੀ ਵੀਡੀਓ ਬਣਾ ਕੇ ਮੈਨੂੰ ਦੇਣ, ਤਾਂ ਜੋ ਬੇਸਿਕ ਜਿਹੜੀ ਇੰਟੀਗ੍ਰੇਸ਼ਨ ਅਤੇ ਡਿਫਰੈਂਸ਼ੀਏਸ਼ਨ ਮੈਥ ਦੀ ਇਹਦੇ ਵਿੱਚ ਜ਼ਰੂਰਤ ਪੈਂਦੀ ਹੈ, ਉਹ ਅਸੀਂ ਆਪਣੇ ਵਿਦਿਆਰਥੀਆਂ ਨੂੰ ਬੇਸਿਕ ਦੇ ਤੌਰ 'ਤੇ ਸਮਝਾ ਸਕੀਏ। ਜਿਨ੍ਹਾਂ ਨੇ ਇਸ ਦੀ ਜਿਹੜੀ ਅਕੈਡਮਿਕ ਪੜ੍ਹਾਈ ਹੈ ਨਹੀਂ ਕੀਤੀ, ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੇ ਤਾਂ ਉੱਥੇ ਸਿੱਖ ਹੀ ਲਿਆ ਹੋਏਗਾ, ਸੌਖਾ ਹੀ ਲੱਗਦਾ ਹੋਏਗਾ ਉਹਨਾਂ ਨੂੰ। ਕਿਉਂਕਿ ਅੱਗੇ ਜਿਉਂ ਇਹ ਕੋਰਸ ਆ ਜਿਹੜਾ ਹੋਰ ਅੱਗੇ ਐਡਵਾਂਸ ਕੁਆਂਟਮ ਮਕੈਨਿਕਸ ਦਾ ਕੋਰਸ ਆਏਗਾ, ਇਸ ਤੋਂ ਬਾਅਦ ਇਹ ਵਾਲਾ ਅੱਧਾ ਹੋ ਚੁੱਕਿਆ, 6 ਪਾਰਟ ਦਾ ਵੀ ਅੱਧਾ ਹੋ ਚੁੱਕਿਆ, ਅੱਗੇ 40% ਰਹਿ ਗਿਆ। ਉਸ ਤੋਂ ਬਾਅਦ ਐਡਵਾਂਸ ਕੁਆਂਟਮ ਮਕੈਨਿਕਸ ਦਾ ਕੋਰਸ ਕਰਾਂਗੇ। ਉਸਦੇ ਵਿੱਚ ਕਾਫੀ ਉਹ ਬਹੁਤ ਦਿਲਚਸਪ ਹੈ, ਅਤੇ ਉਹ ਤੁਹਾਨੂੰ ਹੋਰ ਵੀ ਕਾਫੀ ਗਹਿਰੀਆਂ ਜਿਹੜੇ ਰਹੱਸ ਨੇ ਉਹਨਾਂ ਨੂੰ ਖੋਲ੍ਹੇਗਾ। ਅਤੇ ਉਸ ਤੋਂ ਬਾਅਦ ਫਿਰ ਕੁਆਂਟਮ ਫੀਲਡ ਥਿਊਰੀ ਬਾਰੇ ਆਪਾਂ ਵੀਡੀਓ ਬਣਾਵਾਂਗਾ। ਮੈਂ ਮੇਰੇ ਕੋਲ ਸਾਰਾ ਮਟੀਰੀਅਲ ਪਿਆ ਆਲਰੇਡੀ, ਬਸ ਇੱਕ ਵੀਡੀਓ ਬਣਾਉਣ 'ਤੇ ਜੋ ਮਿਹਨਤ ਲੱਗਦੀ ਹੈ ਅਤੇ ਅਪਲੋਡ ਕਰਨ 'ਤੇ ਟਾਈਮ ਲੱਗਦਾ, ਵੈਸੇ ਹੀ ਡੇਲੀ ਇੱਕ ਜਾਂ 2 ਦਿਨ ਬਾਅਦ ਇੱਕ ਮੈਂ ਉਹਦਾ ਪਾਰਟ ਆ ਜਿਹੜਾ ਪਾਉਂਦਾ ਰਹਿੰਦਾ। ਅਤੇ ਤੁਹਾਡੇ ਵੱਲੋਂ ਕੋਈ ਜ਼ਿਆਦਾ ਹੰਗਾਰਾ ਤਾਂ ਨਹੀਂ ਮਿਲ ਰਿਹਾ, ਲੇਕਿਨ ਕੁਛ ਦੋਸਤਾਂ ਨੇ ਸਬਸਕ੍ਰਾਈਬ ਕੀਤਾ ਵੀ, ਉਸ ਨੂੰ ਅਜੇ ਸਬਸਕ੍ਰਾਈਬਰਾਂ ਦੀ ਵੀ ਲੋੜ ਹੈ ਉਸਦੇ ਵਿੱਚ, ਤਾਂ ਜੋ ਚੈਨਲ ਮੋਨੀਟਾਈਜ਼ ਹੋ ਜਾਵੇ ਅਤੇ ਉਸ ਵਿੱਚੋਂ ਕੁਛ ਕਮਾਈ ਹੋ ਸਕੇ, ਤਾਂ ਜੋ ਇਹ ਕੰਮ ਜਾਰੀ ਰੱਖਿਆ ਜਾ ਸਕੇ। ਅਤੇ ਮੈਂ ਉਹਦੇ ਵਿੱਚ ਚੈਨਲ ਵਿੱਚ ਤਾਂ ਕਦੇ ਮੈਂ ਬੇਨਤੀ ਨਹੀਂ ਕੀਤੀ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਉਸਨੂੰ ਵੀਡੀਓ ਨੂੰ ਦੇਖੋ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਜਿਸ ਨੇ ਨਹੀਂ ਦੇਖਣਾ ਉਹ ਸਬਸਕ੍ਰਾਈਬ ਕਰੇ, ਅਤੇ ਜਿਸ ਨੇ ਵੈਸੇ ਹੀ ਉਸ ਦੇ ਉੱਤੇ ਅਸੀਂ ਲਗਾ ਕੇ ਰੱਖ ਦਈਏ ਵੀਡੀਓ ਕਿ ਹਾਂ ਉਸਦੇ 4000 ਘੰਟੇ ਸਾਨੂੰ ਚਾਹੀਦੇ ਹੈ। ਮੈਂ ਉਸ ਤਰ੍ਹਾਂ ਦੀ ਕੋਈ ਹੇਰਾਫੇਰੀ ਵੀ ਨਹੀਂ ਚਾਹੁੰਦਾ। ਮੈਂ ਚਾਹੁੰਦਾ ਜਿਨ੍ਹਾਂ ਨੇ ਦੇਖਣਾ ਉਹ ਆਪਣੇ ਦਿਲ ਤੋਂ ਹੀ ਦੇਖਣ, ਉਸਨੂੰ ਸੱਚੀ ਮੁੱਚੀ ਉਸਨੂੰ ਇਮਾਨਦਾਰੀ ਨਾਲ ਹੀ ਦੇਖਣ। ਅਗਰ ਜ਼ਰੂਰਤ ਹੈ ਤਾਂ ਦੇਖਣ, ਨਹੀਂ ਅਦਰਵਾਈਜ਼ ਕਿਸੇ ਤਰ੍ਹਾਂ ਦੀ ਫਾਰਮੈਲਿਟੀ ਨਹੀਂ ਚਾਹੁੰਦਾ, ਕਿਉਂਕਿ ਇਹ ਚੀਜ਼ਾਂ ਟਾਈਮ ਲੈ ਸਕਦੀਆਂ, ਪਰ ਹੌਲੀ ਹੌਲੀ
ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਇੱਕ ਕ੍ਰਾਂਤੀ ਆਏਗੀ। ਤੇ ਅੱਜ ਵਾਲੀਆ ਜੀ ਨੇ ਮੈਨੂੰ ਦੱਸਿਆ ਕਿ ਕੁਛ ਲੋਕ ਇਸ ਤਰ੍ਹਾਂ ਦੇ ਨੇ ਜੋ ਕਹਿੰਦੇ ਨੇ ਕਿ ਜਦੋਂ ਇਸ ਦੇ ਉੱਤੇ ਸਰਕਾਰ ਕੁਛ ਕਰੇਗੀ ਜਾਂ ਸਰਕਾਰੀ ਤੌਰ ਦੇ ਉੱਤੇ ਚੀਜ਼ ਦੀ ਕੋਈ ਜ਼ਿਆਦਾ ਜਿਹੜੀ ਹਲਚਲ ਹੋਏਗੀ ਤਾਂ ਇਸ ਕੰਮ ਦੇ ਵਿੱਚ ਯੋਗਦਾਨ ਪਾਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਉਸ ਤਰ੍ਹਾਂ ਦੀ ਸੋਚ ਲੈ ਕੇ ਮੈਂ ਤਾਂ ਨਹੀਂ ਚੱਲ ਰਿਹਾ। ਘੱਟੋ ਘੱਟ ਅਸੀਂ ਤਾਂ ਕੁਛ ਕਰ ਵੀ ਨਹੀਂ ਰਹੇ, ਅਸੀਂ ਤਾਂ ਖੁਦ ਸਿੱਖ ਰਹੇ ਹਾਂ। ਜਦੋਂ ਕੋਈ ਸਿੱਖ ਜੀ ਦਾ ਤਾਂ ਇੱਥੇ ਪਾ ਦੀਦਾ, ਇੱਥੇ ਲਿਖ ਦੀਦਾ ਜਾਂ ਲਿਖ ਕੇ ਪਾ ਦੀਦਾ ਜਾਂ ਕਿਤਾਬ ਦੇ ਰੂਪ ਦੇ ਵਿੱਚ ਲਿਖਣ ਬੈਠ ਜੀਦਾ ਜਾਂ ਫਿਰ ਵੀਡੀਓ ਬਣਾ ਦਈਦੀ ਹੈ। ਅਤੇ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਜੇ ਸਾਨੂੰ ਕਿਸੇ ਚੀਜ਼ ਦੀ ਪਤਾ ਲੱਗ ਜਾਵੇ ਕਿ ਉਸ ਨੂੰ ਅਸੀਂ ਲੁਕੋ ਕੇ ਕਿਵੇਂ ਰੱਖੀਏ। ਇੱਕ ਦਿਨ ਤੋਂ ਜ਼ਿਆਦਾ ਅਸੀਂ ਤਾਂ ਰੱਖ ਹੀ ਨਹੀਂ ਸਕਦੇ। ਜਦੋਂ ਵੀ ਉਸਦਾ ਸਾਨੂੰ ਸਾਧਨ ਮਿਲਦਾ ਉਸ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਅਸੀਂ ਕੋਸ਼ਿਸ਼ ਕਰੀਦੀ ਹੈ। ਅਤੇ ਕਿਸੇ ਤਰ੍ਹਾਂ ਦਾ ਇੱਦਾਂ ਦਾ ਲਾਲਚ ਨਹੀਂ ਕਰੀਦਾ ਕਿ ਹਾਂ ਅਸੀਂ ਜਾਣ ਗਏ ਬਸ ਹੁਣ ਹੋਰ ਨੂੰ ਨਾ ਪਤਾ ਲੱਗ ਜਾਵੇ। ਹਾਂ, ਕਿਉਂਕਿ ਇਹ ਤਾਂ ਗਿਆਨ ਹੈ ਅਤੇ ਵੰਡਣ ਦੇ ਨਾਲ ਹੀ ਵੱਧਦਾ, ਉਹ ਘੱਟ ਨਹੀਂ ਜਾਂਦਾ। ਅਗਰ ਮੈਂ ਇੱਥੇ ਕੁਛ ਜਾਣਦਾ ਹਾਂ ਅਤੇ ਮੈਂ ਤੁਹਾਨੂੰ ਦੱਸ ਦਿੰਦਾ ਤਾਂ ਉਹ ਮੇਰੇ ਕੋਲੋਂ ਖੋਇਆ ਨਹੀਂ ਜਾਂਦਾ, ਬਲਕਿ ਉਲਟਾ ਮੈਨੂੰ ਉਸ ਵਿੱਚ ਰਿਪੀਟ ਹੋਣ ਦੇ ਨਾਲ ਮੈਨੂੰ ਹੋਰ ਪੱਕਾ ਹੋ ਜਾਂਦਾ। ਅਤੇ ਮੈਂ ਵਾਲੀਆ ਜੀ ਨੂੰ ਮਾਈਕ ਦਿੰਦਾ ਅੱਗੇ, ਅਤੇ ਵਾਲੀਆ ਜੀ ਕੁਛ ਜੋ ਕਹਿਣਾ ਚਾਹੁੰਦੇ ਆ ਤਾਂ ਕਹਿਣਗੇ। ਠੀਕ ਹੈ ਦੋਸਤੋ, ਇੱਕ ਪਰਮ ਸਰ ਦਾ ਚੈਨਲ ਆ, ਜ਼ਰੂਰ ਉਹਨੂੰ ਸਬਸਕ੍ਰਾਈਬ ਕਰੋ ਅਤੇ ਸਾਂਝਾ ਕਰੋ ਉਹਨੂੰ ਵੱਧ ਤੋਂ ਵੱਧ, ਅਤੇ ਉਹਦੇ ਨਾਲ ਜੁੜੋ। ਅਤੇ ਇੱਕ ਰਿਐਲਿਟੀ ਹੈ ਜਿਹੜੀ ਵਾਸਤਵਿਕਤਾ ਹੈ, ਉਹਦੀ ਸਾਇੰਸ ਆ ਜਿਹੜੀ, ਉਹ ਆਮ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੋ ਕਿ ਅਸੀਂ ਜਿਹੜਾ ਅੱਜ ਦਾ ਜਿਹੜਾ ਸਮਾਂ ਆ, ਅੱਜ ਦੇ ਜਿਹੜੇ ਤਕਨੀਕ ਆ, ਅੱਜ ਦੀ ਜਿਹੜੀ ਸਾਇੰਸ ਆ, ਉਹਨੂੰ ਆਸਾਨੀ ਨਾਲ ਸਮਝ ਕੇ ਅੱਗੇ ਵਾਲੀਆਂ ਜਿਹੜੀਆਂ ਚੀਜ਼ਾਂ ਆ, ਜਿਹੜੇ ਆਉਣ ਵਾਲੇ ਟਾਈਮ ਦੀਆਂ ਜਿਹੜੀ ਚੀਜ਼ਾਂ ਨੇ ਸਾਡੇ ਲਈ ਉਹ ਸਮਝਣੀਆਂ ਕਿਸੇ ਵੀ ਪ੍ਰਕਾਰ 'ਚ, ਹਰੇਕ ਜ਼ਿੰਦਗੀ ਦੇ ਹਰੇਕ ਲਹਿਜੇ 'ਚ ਤੁਹਾਨੂੰ ਉਹ ਕਿਆ ਇਹ ਕੰਮ ਆਉਣਗੀਆਂ। ਤਾਂ ਵੱਧ ਤੋਂ ਵੱਧ ਸਾਇੰਸ ਨਾਲ, ਵਿਗਿਆਨ ਨਾਲ ਜੁੜੋ ਅਤੇ ਬਸ ਕੋਸ਼ਿਸ਼ਾਂ ਨੇ ਜਿਹੜੀਆਂ ਕਰਦੇ ਆ ਉਹਦੇ ਵਿੱਚ ਥੋੜ੍ਹਾ ਜਿਹਾ ਹੁੰਗਾਰਾ ਜਿਹਾ ਭਰ ਦਿਆ ਕਰੋ, ਆ ਕੇ ਗੱਲਬਾਤ ਕਰ ਲਿਆ ਕਰੋ, ਪੁੱਛ ਲਿਆ ਕਰੋ, ਦੱਸ ਦਿਆ ਕਰੋ। ਬਸ ਇਹੀ ਬਹੁਤ ਆ ਸਾਡੇ ਲਈ ਜੀ। ਧੰਨਵਾਦ। ਥੈਂਕ ਯੂ ਸੋ ਮਚ।